ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Dear students, I am Harjeet Singh. I hope you will be fine and studied with the proper way, as you know very well your responsibility. We hope that you will now feel comfortable while studying online. So let's start our lesson. Today we will read 6th chapter of Geography, Manufacturing Industries, meaning निर्माण ਉਦਯੋਗ। ਮੈਨੂਫੈਕਚਰਿੰਗ ਦਾ ਮਤਲਬ ਸਮਝਣ ਵਾਸਤੇ ਹੁਣ ਅਸੀਂ ਇੱਕ ਹੋਰ ਡੈਫੀਨੇਸ਼ਨ ਵੇਖਦੇ ਹਾਂ, ਜਿਸ ਤੋਂ ਇਸ ਦਾ ਮਤਲਬ ਪੂਰੀ ਤਰ੍ਹਾਂ ਕਲੀਅਰ ਹੋ ਜਾਏਗਾ। ਡੈਫੀਨੇਸ਼ਨ ਕੀ ਹੈ? ਪ੍ਰੋਡਕਸ਼ਨ ਆਫ ਗੁੱਡਸ ਇਨ ਲਾਰਜ ਕੁਆਂਟੀਟੀਜ਼ ਆਫਟਰ ਪ੍ਰੋਸੈਸਿੰਗ ਫਰੋਮ ਰॉ ਮਟੀਰੀਅਲ ਟੂ ਮੋਰ ਵੈਲਿਊਏਬਲ ਪ੍ਰੋਡਕਟ ਇਜ਼ ਨੋਨ ਐਜ਼ ਮੈਨੂਫੈਕਚਰਿੰਗ। ਇਸ ਦਾ ਮਤਲਬ ਹੈ ਕਿ ਕੱਚੇ ਮਾਲ 'ਤੇ ਕੰਮ ਕਰਦੇ ਹੋਏ ਇਸ ਤੋਂ ਵੱਡੀ ਮਾਤਰਾ ਵਿੱਚ ਕੀਮਤੀ ਅਤੇ ਵਰਤਣਯੋਗ ਚੀਜ਼ਾਂ ਤਿਆਰ ਕਰਨ ਨੂੰ ਅਸੀਂ ਨਿਰਮਾਣ ਕਾਰਜ ਆਖਦੇ ਹਾਂ। We do different kinds of manufacturing to cater our needs. ਅਸੀਂ ਜਿਸ ਬੁੱਕ ਤੋਂ ਉੱਪਰੋਂ ਲੈਸਨ ਪੜ੍ਹਦੇ ਪਏ ਹਾਂ, ਜਿਸ ਮੋਬਾਈਲ ਦੇ ਉੱਪਰ ਵੀਡੀਓ ਦੇਖਦੇ ਪਏ ਹਾਂ ਜਾਂ ਲੈਪਟਾਪ ਦੇ ਉੱਪਰ ਵੀਡੀਓ ਦੇਖਦੇ ਹਾਂ, ਅਸੀਂ ਬੈੱਡ 'ਤੇ ਬੈਠੇ ਹਾਂ ਜਾਂ ਸੋਫਾ 'ਤੇ ਬੈਠੇ ਹਾਂ, AC ਔਨ ਹੈ ਜਾਂ ਫੈਨ ਔਨ ਹੈ, ਜਾਂ ਸਾਡੇ ਹੱਥ ਵਿੱਚ ਕੋਈ ਪੈਨ ਪੈਨਸਿਲ ਐਕਸੈਕਟਰਾ ਚੀਜ਼ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਸਾਨੂੰ ਕੁਦਰਤ ਵੱਲੋਂ ਨਹੀਂ ਦਿੱਤੀਆਂ ਗਈਆਂ, ਸਗੋਂ ਸਾਨੂੰ ਕੁਦਰਤ ਨੇ ਜੋ ਰॉ ਮਟੀਰੀਅਲ ਦਿੱਤਾ ਸੀ, ਅਸੀਂ ਉਸ ਰॉ ਮਟੀਰੀਅਲ ਨੂੰ ਯੂਜ਼ ਕਰਦੇ ਹੋਏ ਇਹ ਸਾਰੀਆਂ ਚੀਜ਼ਾਂ ਦਾ ਨਿਰਮਾਣ ਖੁਦ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਆਪ ਕੀਤਾ ਹੋਇਆ ਹੈ। ਤੁਹਾਡੀ ਡਿਸਪਲੇ ਦੇ ਉੱਪਰ ਵੀ ਕੁਝ ਐਗਜ਼ਾਮਪਲਸ ਲਿਖੀਆਂ ਹੋਈਆਂ ਨੇ, ਜਿਵੇਂ ਸ਼ੂਗਰ ਕੇਨ ਫਰੋਮ ਸ਼ੂਗਰ ਕੇਨ ਕਮਾਦ ਤੋਂ ਅਸੀਂ ਖੰਡ ਤਿਆਰ ਕਰਦੇ ਹਾਂ। ਕਲੌਥ ਫਰੋਮ ਕਾਟਨ, ਕਿ ਕੱਪੜਾ ਜਿਹੜਾ ਅਸੀਂ ਕਾਟਨ ਤੋਂ ਤਿਆਰ ਕਰ ਲੈਂਦੇ ਹਾਂ। ਪੇਪਰ ਫਰੋਮ ਵੁੱਡ, ਇਸ ਤੋਂ ਇਲਾਵਾ ਪੇਪਰ ਜੋ ਅਸੀਂ ਵਰਕ ਪੇਜ ਯੂਜ਼ ਕਰਦੇ ਹਾਂ, ਇਸ ਨੂੰ ਅਸੀਂ ਲੱਕੜ ਤੋਂ ਤਿਆਰ ਕਰਦੇ ਹਾਂ। ਆਇਰਨ ਫਰੋਮ ਆਇਰਨ ਓਰ ਮਤਲਬ ਮਾਈਨਿੰਗ ਵਾਲੀ ਉਹ ਜਗ੍ਹਾ ਜਿੱਥੋਂ ਆਇਰਨ ਐਕਸਟਰੈਕਟ ਕੀਤਾ ਜਾਂਦਾ ਹੈ। ਇਹਨਾਂ ਐਗਜ਼ਾਮਪਲਸ ਤੋਂ ਇਲਾਵਾ ਵੀ ਜੇਕਰ ਤੁਹਾਨੂੰ ਕੋਈ ਐਗਜ਼ਾਮਪਲ ਲੱਗਦੀ ਹੈ ਕਿ ਅਸੀਂ ਲਿਖ ਸਕਦੇ ਹਾਂ ਆਪਣੀ ਵਰਡਿੰਗ ਦੇ ਵਿੱਚ, ਤੁਸੀਂ ਉਹਨੂੰ ਲਿਖ ਸਕਦੇ ਹੋ, ਜਿਹਦੇ ਵਿੱਚ ਅਸੀਂ ਕੋਈ ਵੀ ਰॉ ਮਟੀਰੀਅਲ ਯੂਜ਼ ਕਰਕੇ ਆਪਣੀ ਨੀਡ ਪੂਰੀ ਕਰਨ ਵਾਸਤੇ ਮਟੀਰੀਅਲ ਤਿਆਰ ਕੀਤਾ ਹੈ, ਉਸ ਨੂੰ ਅਸੀਂ ਨਿਰਮਾਣ ਕਾਰਜ ਆਖ ਸਕਦੇ ਹਾਂ, ਮੈਨੂਫੈਕਚਰਿੰਗ ਆਖ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਨੀਡ ਆਫ ਮੈਨੂਫੈਕਚਰਿੰਗ, ਕਿ ਮੈਨੂਫੈਕਚਰਿੰਗ ਦੀ ਜ਼ਰੂਰਤ ਕੀ ਹੈ। ਇਸ ਦੇ ਵਿੱਚ ਸਾਡੇ ਕੋਲ ਪਹਿਲਾ ਪੁਆਇੰਟ ਆ ਜਾਂਦਾ ਹੈ ਕਿ ਇਕਨੋਮਿਕ ਸਟਰੈਂਥ ਆਫ ਏ ਕੰਟਰੀ ਇਜ਼ ਮੇਜ਼ਰਡ ਫਰੋਮ ਦਾ ਡਿਵੈਲਪਮੈਂਟ ਆਫ ਮੈਨੂਫੈਕਚਰਿੰਗ ਇੰਡਸਟਰੀ, ਕਿ ਕਿਸੇ ਵੀ ਦੇਸ਼ ਦੀ ਆਰਥਿਕ ਮਜ਼ਬੂਤੀ ਉਸ ਦੇਸ਼ ਵਿੱਚ ਇੰਡਸਟਰੀ ਦੇ ਮੈਨੂਫੈਕਚਰਿੰਗ ਦੇ ਵਿਕਾਸ ਤੋਂ ਮਾਪੀ ਜਾਂਦੀ ਹੈ। ਇਟ ਇਜ਼ ਦਾ ਬੈਕਬੋਨ ਆਫ ਆਵਰ ਇਕੋਨਮੀ, ਇਹ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ। ਜਿਵੇਂ ਅਸੀਂ ਲਾਸਟ ਚੈਪਟਰ ਐਗਰੀਕਲਚਰ ਵਿੱਚ ਪੜ੍ਹਿਆ ਸੀ ਕਿ ਐਗਰੀਕਲਚਰ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਕਰਦੀ ਹੈ ਓਨੀ ਹੀ ਨੈਸ਼ਨਲ ਇਨਕਮ ਦੇ ਵਿੱਚ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਇੰਡਸਟਰੀ ਜਿੰਨਾ ਵੀ ਰॉ ਮਟੀਰੀਅਲ ਯੂਜ਼ ਕਰਕੇ ਜਿੰਨੇ ਜ਼ਿਆਦਾ ਫਾਈਨਲ ਪ੍ਰੋਡਕਟ ਤਿਆਰ ਕਰਦੀਆਂ ਹੈ, ਓਨਾ ਹੀ ਇਹਨਾਂ ਨੂੰ ਫਾਇਦਾ ਹੁੰਦਾ ਹੈ, ਨਾਲ ਦੀ ਨਾਲ ਕੰਟਰੀ ਦੀ ਇਕੋਨਮੀ ਨੂੰ ਵੀ ਫਾਇਦਾ ਹੁੰਦਾ ਹੈ। ਸੈਕਿੰਡ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਦੇ ਰਿਡਿਊਸ ਦਾ ਡਿਪੈਂਡੈਂਸ ਆਫ ਪੀਪਲ ਔਨ ਦਾ ਐਗਰੀਕਲਚਰ। ਜਦੋਂ ਸਾਡੇ ਕੋਲ ਇੰਡਸਟਰੀਜ਼ ਹੋਣਗੀਆਂ ਤਾਂ ਬਹੁਤ ਸਾਰੇ ਲੋਕ ਐਗਰੀਕਲਚਰ ਦੇ ਕੰਮਕਾਰ ਦੇ ਨਾਲ ਨਹੀਂ ਜੁੜੇ ਰਹਿਣਗੇ, ਇੱਕੇ ਥਾਂ ਨਹੀਂ ਚਿੰਬੜੇ ਰਹਿਣਗੇ। ਉਹਨਾਂ ਦੇ ਵਿੱਚੋਂ ਕੁਝ ਲੋਕ ਹਟ ਕੇ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਸਤੇ ਚਲੇ ਜਾਣਗੇ, ਜਿਸ ਤਰੀਕੇ ਦੇ ਨਾਲ ਐਗਰੀਕਲਚਰ ਦੇ ਉੱਪਰ ਜੋ ਡਿਪੈਂਡੈਂਸ ਬਣੀ ਰਹਿੰਦੀ ਆ ਸਾਡੀ, ਕਿ ਅਸੀਂ ਇੱਕੇ ਜਗ੍ਹਾ ਨਿਰਭਰ ਹੋਏ ਹੁੰਦੇ ਹਾਂ, ਉਸ ਚੀਜ਼ ਨੂੰ ਇਹ ਘੱਟ ਕਰ ਦਿੰਦਾ ਹੈ। ਅੱਧੇ ਲੋਕ ਇੰਡਸਟਰੀ ਵਿੱਚ ਕੰਮ ਕਰਨ ਚਲੇ ਜਾਂਦੇ ਆ, ਅੱਧੇ ਲੋਕ ਐਗਰੀਕਲਚਰ ਆਪਣੀ ਰੁਜ਼ਗਾਰ ਕਮਾ ਲੈਂਦੇ ਆ। ਥਰਡ ਆ ਜਾਂਦਾ ਹੈ ਪ੍ਰੋਵਾਈਡਿੰਗ ਜੋਬਸ। ਇੰਡਸਟਰੀਜ਼ ਜਿੰਨੀਆਂ ਜ਼ਿਆਦੀਆਂ ਹੋਣਗੀਆਂ ਉਨੀਆਂ ਹੀ ਜ਼ਿਆਦਾ ਲੋਕਾਂ ਨੂੰ ਜੋਬਸ ਨੌਕਰੀਆਂ ਮਿਲਣਗੀਆਂ, ਕਿਉਂਕਿ ਇੰਡਸਟਰੀ ਦੇ ਵਿੱਚ ਕੋਈ ਵੀ ਭਾਵੇਂ ਅਸੀਂ ਮਟੀਰੀਅਲ ਮਸ਼ੀਨਾਂ ਦੇ ਨਾਲ ਤਿਆਰ ਕਰਨਾ ਹੋਵੇ, ਫਿਰ ਵੀ ਮਸ਼ੀਨਾਂ ਨੂੰ ਚਲਾਉਣ ਵਾਸਤੇ, ਮਸ਼ੀਨਾਂ ਦੇ ਉੱਪਰ ਕੰਮ ਕਰਨ ਵਾਸਤੇ ਆਦਮੀਆਂ ਦੀ ਜ਼ਰੂਰਤ ਪੈਂਦੀ ਹੈ। ਨੈਕਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਐਕਸਪੋਰਟ ਆਫ ਮੈਨੂਫੈਕਚਰ ਗੁੱਡਸ। ਹੁਣ ਜੋ ਚੀਜ਼ਾਂ ਅਸੀਂ ਇੰਡਸਟਰੀ ਦੇ ਵਿੱਚ ਤਿਆਰ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਦੇਸ਼ ਦੇ ਵਿੱਚ ਤਾਂ ਨਹੀਂ ਵਰਤ ਲੈਂਦੇ। ਇਹਨਾਂ ਦੇ ਵਿੱਚੋਂ ਕੁਝ ਅਜਿਹੇ ਪ੍ਰੋਡਕਟ ਹੁੰਦੇ ਆ ਜੋ ਦੂਸਰੇ ਦੇਸ਼ਾਂ ਦੇ ਵਿੱਚ ਤਿਆਰ ਨਹੀਂ ਕੀਤੇ ਜਾਂਦੇ, ਫਿਰ ਅਸੀਂ ਇਹ ਪ੍ਰੋਡਕਟ ਉਹਨਾਂ ਦੇਸ਼ਾਂ ਨੂੰ ਭੇਜ ਕੇ ਨਿਰਯਾਤ ਕਰਦੇ ਹਾਂ। ਇਸ ਨਿਰਯਾਤ ਦਾ ਫਾਇਦਾ ਕੀ ਹੁੰਦਾ ਹੈ? ਨੈਕਸਟ ਪੁਆਇੰਟ ਦੇ ਵਿੱਚ ਦੱਸਿਆ ਗਿਆ ਬ੍ਰਿੰਗ ਫੋਰਨ ਐਕਸਚੇਂਜ। ਇਸ ਦੇ ਨਾਲ ਜਦੋਂ ਅਸੀਂ ਬਾਹਰਲੇ ਦੇਸ਼ਾਂ ਨੂੰ ਆਪਣੇ ਪ੍ਰੋਡਕਟ ਵੇਚਦੇ ਹਾਂ, ਉਹਨਾਂ ਦੀ ਫੋਰਨ ਕਰੰਸੀ ਜਿਹੜੀ ਸਾਡੇ ਦੇਸ਼ ਵਿੱਚ ਆ ਜਾਂਦੀ ਹੈ। ਅਗਲਾ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਐਰੈਡੀਕੇਟ ਪਾਵਰਟੀ ਐਂਡ ਅਨਐਮਪਲੋਇਮੈਂਟ, ਕਿ ਇਹ ਗਰੀਬੀ ਨੂੰ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਦਾ ਹੈ। ਗਰੀਬੀ ਅਤੇ ਬੇਰੁਜ਼ਗਾਰੀ ਕਿਵੇਂ ਖਤਮ ਹੁੰਦੀ? ਕਿ ਜਿੰਨੀਆਂ ਵੀ ਜ਼ਿਆਦਾ ਇੰਡਸਟਰੀਜ਼ ਹੋਣਗੀਆਂ ਉਹਨਾਂ ਦੇ ਵਿੱਚ ਜੋ ਲੋਕ ਕੰਮ ਕਰਨ ਜਾਣਗੇ, ਉਹਨਾਂ ਦੇ ਘਰ ਦੀ ਗਰੀਬੀ ਵੀ ਦੂਰ ਹੋਏਗੀ। ਅਨਐਮਪਲੋਇਮੈਂਟ, ਜੋ ਲੋਕ ਵਿਹਲੇ ਰਹਿੰਦੇ ਆ, ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ,
ਜੋਬਸ ਦੀ ਘਾਟ ਦਾ ਕਰਕੇ ਉਹ ਵੀ ਹੁਣ ਪ੍ਰੋਬਲਮ ਦੂਰ ਹੋ ਜਾਂਦੀ ਹੈ ਕਿ ਇੰਡਸਟਰੀਆਂ ਦੇ ਵਿੱਚ ਜੋਬਸ ਪੈਦਾ ਹੋ ਜਾਂਦੀਆਂ ਮਸ਼ੀਨਾਂ ਦੇ ਉੱਪਰ ਕੰਮ ਕਰਨ ਵਾਸਤੇ ਬੰਦਿਆਂ ਦੀ ਲੋੜ ਹੁੰਦੀ ਹੈ, ਉੱਥੇ ਜਾ ਕੇ ਸਾਨੂੰ ਜੋਬ ਮਿਲ ਜਾਂਦੀ ਹੈ। ਨੈਕਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਲਾਸਟ 'ਤੇ countries that transform their raw material into a wide variety of furnished goods of higher value are prosperous। ਕਿ ਜਿਹੜੇ ਲੋਕਾਂ ਨੇ ਆਪਣੇ ਦੇਸ਼ ਦੇ ਵਿੱਚ ਮੌਜੂਦ ਰॉ ਮਟੀਰੀਅਲ ਨੂੰ ਵੱਧ ਤੋਂ ਵੱਧ ਯੂਜ਼ ਕਰਕੇ ਉਸ ਦੇ ਫਾਈਨਲ ਪ੍ਰੋਡਕਟ ਤਿਆਰ ਕਰਕੇ ਉਹਨਾਂ ਦਾ ਐਕਸਪੋਰਟ ਕੀਤਾ ਜਾਂ ਉਹਨਾਂ ਨੂੰ ਯੂਜ਼ ਕੀਤਾ, ਉਹ ਦੇਸ਼ ਜ਼ਿਆਦਾ ਖੁਸ਼ਹਾਲ ਨੇ। ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਆਪਣੇ ਕੰਟਰੀ ਦੇ ਵਿੱਚ ਵੇਖ ਲਓ, ਝਾਰਖੰਡ ਸਟੇਟ ਹੈ, ਬਿਹਾਰ ਸਟੇਟ ਹੈ, ਛੱਤੀਸਗੜ੍ਹ ਸਟੇਟਸ ਆ ਜਾਂ ਸਾਊਥ ਦੇ ਕੋਈ ਸਟੇਟਸ ਹੈ, ਇਹਨਾਂ ਦੇ ਵਿੱਚ ਖੇਤੀਬਾੜੀ ਕਰਨ ਵਾਸਤੇ ਜ਼ਮੀਨ ਅਵੇਲੇਬਲ ਨਹੀਂ ਆ। ਪਹਾੜੀ ਇਲਾਕਾ ਹੋਣ ਦਾ ਕਰਕੇ ਵੀ ਇੱਥੇ ਖੇਤੀਬਾੜੀ ਜਾਂ ਹੋਰ ਕਿਸੇ ਤਰ੍ਹਾਂ ਦੀ ਐਕਟੀਵਿਟੀ ਕਰਨੀ ਪੋਸੀਬਲ ਨਹੀਂ ਸੀ। ਸੋ ਇਹਨਾਂ ਸਟੇਟਸ ਨੇ ਫਿਰ ਆਪਣੇ ਗੁਜ਼ਾਰੇ ਵਾਸਤੇ ਕੀ ਕਰਨਾ ਸ਼ੁਰੂ ਕੀਤਾ ਕਿ ਜੋ ਵੀ ਨੇਚਰ ਨੇ ਇਹਨਾਂ ਨੂੰ ਮਿਨਰਲਸ ਦਿੱਤੇ ਸੀ, ਉਹਨਾਂ ਮਿਨਰਲ ਦੇ ਨਾਲ ਰਿਲੇਟਡ ਇਹਨਾਂ ਨੇ ਆਪਣੀ ਸਟੇਟ ਦੇ ਵਿੱਚ ਇੰਡਸਟਰੀਜ਼ ਓਪਨ ਕਰ ਦਿੱਤੀਆਂ। ਸੋ ਜਿਵੇਂ ਜਿੱਥੇ ਆਇਰਨ ਪਾਇਆ ਜਾਂਦਾ ਸੀ ਉੱਥੇ ਆਇਰਨ ਇੰਡਸਟਰੀ ਖੋਲ੍ਹ ਦਿੱਤੀ ਗਈ, ਜਿੱਥੇ ਗੋਲਡ ਪਾਇਆ ਜਾਂਦਾ ਸੀ ਉੱਥੇ ਗੋਲਡ ਦੀ ਇੰਡਸਟਰੀਜ਼ ਖੋਲ੍ਹੀ ਗਈ, ਜਿੱਥੋਂ ਪ੍ਰੋਡਕਟ ਤਿਆਰ ਕਰਕੇ ਦੂਸਰੀਆਂ ਸਟੇਟਸ ਨੂੰ ਐਕਸਪੋਰਟ ਕਰਕੇ ਇਹਨਾਂ ਨੇ ਆਮਦਨ ਕਮਾਉਣੀ ਸ਼ੁਰੂ ਕਰ ਦਿੱਤੀ, ਜਿਸ ਦੇ ਨਾਲ ਇੰਡਸਟਰੀ ਵਿੱਚ ਕੰਮ ਕਰਕੇ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋ ਗਿਆ ਅਤੇ ਤਿਆਰ ਕੀਤੇ ਗਏ ਪ੍ਰੋਡਕਟ ਐਕਸਪੋਰਟ ਕਰਕੇ ਇੱਥੋਂ ਦੀ ਸਟੇਟ ਨੂੰ ਆਮਦਨ ਪ੍ਰਾਪਤ ਹੋ ਗਈ, ਜਿਸ ਦੇ ਨਾਲ ਇਹ ਲੋਕ ਜਾਂ ਇਹ ਸਟੇਟਸ ਆਪਣਾ ਗੁਜ਼ਾਰਾ ਕਰਦੇ ਪਏ ਆ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਕੰਟਰੀਬਿਊਸ਼ਨ ਆਫ ਇੰਡਸਟਰੀ ਟੂ ਨੈਸ਼ਨਲ ਇਨਕਮ, ਕਿ ਸਾਡੇ ਦੇਸ਼ ਦੀ ਰਾਸ਼ਟਰੀ ਆਮਦਨ ਦੇ ਵਿੱਚ ਇੰਡਸਟਰੀ ਵੱਲੋਂ ਕੀ ਕੰਟਰੀਬਿਊਟ ਕੀਤਾ ਜਾਂਦਾ ਹੈ, ਕਿੰਨਾ ਯੋਗਦਾਨ ਪਾਇਆ ਜਾਂਦਾ ਹੈ। ਇਸ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਸਾਡੇ ਦੇਸ਼ ਦੀ GDP ਦੇ ਵਿੱਚ ਟੋਟਲ ਇੰਡਸਟਰੀਜ਼ ਵੱਲੋਂ 27% ਕੰਟਰੀਬਿਊਟ ਕੀਤਾ ਜਾਂਦਾ ਹੈ। ਇਸ 27% ਦੇ ਵਿੱਚੋਂ 17% ਕੰਟਰੀਬਿਊਟ ਮੈਨੂਫੈਕਚਰਿੰਗ ਇੰਡਸਟਰੀਜ਼ ਵੱਲੋਂ ਕੀਤਾ ਗਿਆ ਹੈ, ਜੋ ਕਿ ਲਾਸਟ 2 ਡਿਕੇਡਸ ਦੇ ਵਿੱਚ ਇੱਕ ਹੀ ਜਗ੍ਹਾ 'ਤੇ ਸਟੈਗਨੇਟਡ ਮਤਲਬ ਇੱਕ ਹੀ ਜਗ੍ਹਾ 'ਤੇ ਖੜਿਆ ਹੈ। ਪਿਛਲੇ 20 ਸਾਲਾਂ ਦੇ ਵਿੱਚੋਂ ਸਿਰਫ 17% ਦੇ ਹਿਸਾਬ ਨਾਲ GDP ਦੇ ਵਿੱਚ ਹਿੱਸਾ ਜਾਂਦਾ ਪਿਆ ਹੈ ਮੈਨੂਫੈਕਚਰਿੰਗ ਇੰਡਸਟਰੀ ਤੋਂ। ਸੋ ਕਹਿੰਦੇ ਇਹ ਬਹੁਤ ਜ਼ਿਆਦਾ ਹਿੱਸਾ ਨਹੀਂ ਹੈ, ਇਹ ਘੱਟ ਹੈ, ਕਿਉਂਕਿ ਜਦੋਂ ਅਸੀਂ ਈਸਟ ਏਸ਼ੀਅਨ ਇਕੋਨਮੀ ਦੇ ਨਾਲ ਆਪਣੇ ਦੇਸ਼ ਦੀ ਇਕੋਨਮੀ ਕੰਪੇਅਰ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਈਸਟ ਏਸ਼ੀਅਨ ਕੰਟਰੀ ਕੁਝ ਅਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀਜ਼ ਵੱਲੋਂ 25 ਤੋਂ ਲੈ ਕੇ 35% ਤੱਕ GDP ਵਿੱਚ ਕੰਟਰੀਬਿਊਟ ਕੀਤਾ ਜਾਂਦਾ ਹੈ। ਸਾਡੇ ਦੇਸ਼ ਦੀ ਗੌਰਮੈਂਟ ਨੂੰ ਪਤਾ ਹੈ ਕਿ ਸਾਡੇ ਦੇਸ਼ ਦੀ ਪ੍ਰੋਸਪੈਰਸ ਇੰਡਸਟਰੀ ਦੇ ਨਾਲ ਵੀ ਜੁੜੀ ਹੋਈ ਹੈ, ਇਸ ਕਰਕੇ 2003 ਤੋਂ ਬਾਅਦ ਸਾਡੇ ਦੇਸ਼ ਦੀ ਮੈਨੂਫੈਕਚਰਿੰਗ ਇੰਡਸਟਰੀ ਦੀ ਗਰੋਥ ਦੇ ਵਿੱਚ 92% ਦੇ ਪਰ ਐਨਮ ਦੇ ਹਿਸਾਬ ਨਾਲ ਪਰ ਈਅਰ ਦੇ ਹਿਸਾਬ ਨਾਲ ਵਾਧਾ ਹੋ ਰਿਹਾ ਹੈ। ਇਹ ਸਿਰਫ ਤਾਂ ਹੀ ਪੋਸੀਬਲ ਹੋਇਆ ਕਿਉਂਕਿ ਗੌਰਮੈਂਟ ਨੇ ਇੰਟਰਵੈਂਸ਼ਨ ਦਖਲਅੰਦਾਜ਼ੀ ਸ਼ੁਰੂ ਕੀਤੀ ਹੈ ਕਿ ਇੰਡਸਟਰੀਆਂ ਦੇ ਉੱਪਰ ਕੁਝ ਉਹਨਾਂ ਦੀ ਚੈਕਿੰਗ, ਕੋਈ ਰੈਸਟ੍ਰਿਕਸ਼ਨ ਲਗਾਈਆਂ ਗਈਆਂ, ਕੋਈ ਉਹਨਾਂ ਨੂੰ ਨਵੀਆਂ ਟੈਕਨੀਕਸ ਦਿੱਤੀਆਂ ਗਈਆਂ ਜਿਸ ਦੇ ਨਾਲ ਉਹ ਆਪਣਾ ਹੋਰ ਵਧੀਆ ਮਟੀਰੀਅਲ ਤਿਆਰ ਕਰ ਸਕਣ, ਜਿਸ ਮਟੀਰੀਅਲ ਨੂੰ ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸੇਲ ਕਰਕੇ ਦੂਸਰੀਆਂ ਕੰਪਨੀਆਂ ਦੇ ਨਾਲ ਕੰਪੈਰੀਜ਼ਨ ਕਰ ਸਕੀਏ, ਕੰਪੀਟੀਸ਼ਨ ਕਰ ਸਕੀਏ। ਕਿਉਂਕਿ ਅੱਜ ਸਾਡੇ ਕੋਲ ਗਲੋਬਲਾਈਜੇਸ਼ਨ ਦਾ ਵਰਡ ਆ, ਗਲੋਬਲਾਈਜੇਸ਼ਨ ਵਿਸ਼ਵੀਕਰਨ ਦਾ ਕਰਕੇ ਹੁਣ ਸਾਡੇ ਕੋਲ ਕੋਈ ਲਿਮਟਿਡ ਚੋਇਸ ਨਹੀਂ ਆ। ਅਗਰ ਸਾਨੂੰ ਇੱਕ ਕੰਪਨੀ ਦੀ ਚੀਜ਼ ਪਸੰਦ ਨਹੀਂ ਆਉਂਦੀ ਤਾਂ ਸਾਡੇ ਕੋਲ ਹਜ਼ਾਰਾਂ ਚੋਇਸਿਸ ਹੋਰ ਨੇ। ਇਸ ਕਰਕੇ ਉਹੀ ਇੰਡਸਟਰੀ ਪ੍ਰੋਸਪੈਰਸ ਰਹਿ ਸਕਦੀ ਆ, ਉਹੀ ਕੰਟਰੀ ਆਪਣੀ ਗਰੋਥ ਕਰ ਸਕਦਾ ਹੈ, ਪ੍ਰੋਸਪੈਰਸ ਹੋਏਗਾ ਜੋ ਕੰਪਨੀਆਂ ਵਧੀਆ ਕਿਸਮ ਦਾ ਮਟੀਰੀਅਲ ਤਿਆਰ ਕਰਨਗੀਆਂ ਜੋ ਕਿ ਆਪਣੇ ਕਸਟਮਰ ਨੂੰ ਸੈਟੀਸਫਾਈ ਕਰ ਸਕਣ। ਸੋ ਇਸ ਨੀਡ ਨੂੰ ਪੂਰਾ ਕਰਨ ਵਾਸਤੇ ਗੌਰਮੈਂਟ ਵੱਲੋਂ ਹੁਣ ਮੈਨੂਫੈਕਚਰਿੰਗ ਇੰਡਸਟਰੀ ਦੇ ਵਰਕ ਵਿੱਚ ਇੰਟਰਵੈਂਸ਼ਨ ਕੀਤੀ ਜਾਂਦੀ ਹੈ। ਸੋ ਹੁਣ ਜੋ ਸਾਡੇ ਇਕਨੋਮਿਸਟ ਅਰਥ ਸ਼ਾਸਤਰੀ ਆ ਉਹਨਾਂ ਦੇ ਅਨੁਸਾਰ ਆਉਣ ਵਾਲੇ ਕੁਝ ਦਹਾਕਿਆਂ ਦੇ ਵਿੱਚ ਗੌਰਮੈਂਟ ਵੱਲੋਂ ਜੋ ਵੀ ਆਪਣਾ ਓਬਜੈਕਟਿਵ ਮਿੱਥਿਆ ਗਿਆ ਕਿ ਅਸੀਂ ਕਿੰਨਾ ਉਦੇਸ਼ ਪ੍ਰਾਪਤ ਕਰਨਾ ਹੈ, ਕਿੰਨੀ ਇਹ ਤੋਂ ਆਮਦਨ ਪ੍ਰਾਪਤ ਕਰਨੀ ਹੈ, ਉਸ ਨੂੰ ਪੂਰਾ ਕਰਨਾ ਪੋਸੀਬਲ ਹੈ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਇੰਡਸਟਰੀਅਲ ਲੋਕੇਸ਼ਨ। ਇਸ ਟੌਪਿਕ ਦੇ ਵਿੱਚ ਅਸੀਂ ਰੀਡ ਕਰਨਾ ਹੈ ਕਿ ਇੱਕ ਇੰਡਸਟਰੀ ਜਿੱਥੇ ਅਸੀਂ ਐਸਟੈਬਲਿਸ਼ ਕਰਨੀ ਆ ਉਸ ਜਗ੍ਹਾ ਦੇ ਉੱਪਰ ਕਿਹੜੀਆਂ ਅਵੇਲੇਬਿਲਿਟੀਜ਼ ਹੋਣੀਆਂ ਚਾਹੀਦੀਆਂ, ਕੀ ਮਟੀਰੀਅਲ ਅਵੇਲੇਬਲ ਹੋਣਾ ਚਾਹੀਦਾ ਹੈ, ਕਿਹੜੀਆਂ ਫੈਸਿਲਿਟੀਜ਼ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ। ਇਹਨਾਂ ਅਵੇਲੇਬਿਲਿਟੀ ਨੂੰ ਔਰ ਫੈਸਿਲਿਟੀ ਨੂੰ ਅਸੀਂ 2 ਪਾਰਟਸ ਵਿੱਚ ਡਿਵਾਈਡ ਕਰ ਸਕਦੇ ਹਾਂ, ਜਿਓਗ੍ਰਾਫੀਕਲ ਫੈਕਟਰਸ ਐਂਡ ਨਾਨ ਜਿਓਗ੍ਰਾਫੀਕਲ ਫੈਕਟਰਸ। ਜਿਓਗ੍ਰਾਫੀਕਲ ਫੈਕਟਰਸ ਕਿਹੜੇ ਇੱਕ ਇੰਡਸਟਰੀ ਨੂੰ ਜਿਹੜੇ ਅਫੈਕਟ ਕਰਦੇ ਆ, ਪ੍ਰਭਾਵਿਤ ਕਰਦੇ ਆ। ਅਵੇਲੇਬਿਲਿਟੀ ਆਫ ਰॉ ਮਟੀਰੀਅਲ, ਕਿ ਅਸੀਂ ਜੋ ਵੀ ਇੰਡਸਟਰੀ ਲਗਾਉਣ ਲੱਗੇ ਹਾਂ ਕਿ ਉਸ ਇੰਡਸਟਰੀ ਨਾਲ ਸੰਬੰਧਿਤ ਰॉ ਮਟੀਰੀਅਲ ਜੋ ਅਸੀਂ ਵਰਤਣਾ ਹੈ ਉਸ ਜਗ੍ਹਾ ਦੇ ਉੱਪਰ ਅਵੇਲੇਬਲ ਜਾਂ ਉਸ ਜਗ੍ਹਾ ਦੇ ਨੇੜੇ ਤੇੜੇ ਹੈਗਾ ਹੈ ਜਾਂ ਨਹੀਂ ਹੈਗਾ। ਜਿਵੇਂ ਹੁਣ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਪਏ ਹਾਂ, ਪੰਜਾਬ ਦੇ ਵਿੱਚ ਅਸੀਂ ਇੱਥੇ
ਆਇਰਨ ਦੀ ਇੰਡਸਟਰੀ ਲਗਾ ਲਈਏ, ਉਹਦਾ ਸਾਨੂੰ ਕੀ ਫਾਇਦਾ ਹੋਏਗਾ। ਆਇਰਨ ਤਾਂ ਸਾਡੇ ਪੰਜਾਬ ਵਿੱਚ ਮਿਲਦਾ ਹੀ ਨਹੀਂ ਆ, ਆਇਰਨ ਓਰ ਕਿਤੇ ਹੈ ਹੀ ਨਹੀਂ ਪੰਜਾਬ ਦੇ ਵਿੱਚ। ਅਸੀਂ ਬਿਹਾਰ ਤੋਂ ਆਇਰਨ ਓਰ ਤੋਂ ਰॉ ਮਟੀਰੀਅਲ ਲੈ ਕੇ ਆਵਾਂਗੇ, ਫਿਰ ਪੰਜਾਬ ਦੇ ਵਿੱਚ ਇੰਡਸਟਰੀ ਵਿੱਚ ਯੂਜ਼ ਕਰਾਂਗੇ, ਅਤੇ ਇੱਦਾਂ ਦੇ ਸਾਡਾ ਟਰਾਂਸਪੋਰਟ ਦਾ ਖਰਚਾ ਵੀ ਬਹੁਤ ਜ਼ਿਆਦਾ ਹੋਏਗਾ। ਸਾਨੂੰ ਉਸ ਇੰਡਸਟਰੀ ਨੂੰ ਕੋਈ ਵੀ ਵਧੀਆ ਪ੍ਰੋਫਿਟ ਪ੍ਰਾਪਤ ਨਹੀਂ ਹੋਵੇਗਾ। ਇਸ ਕਰਕੇ ਪਹਿਲੀ ਚੀਜ਼ ਦੇਖੀ ਜਾਂਦੀ ਹੈ ਕਿ ਜੋ ਅਸੀਂ ਇੰਡਸਟਰੀ ਲਗਾਉਣ ਲੱਗੇ ਹਾਂ, ਉਸ ਇੰਡਸਟਰੀ ਨਾਲ ਸੰਬੰਧਿਤ ਰॉ ਮਟੀਰੀਅਲ ਸਾਨੂੰ ਈਜ਼ਲੀ ਅਵੇਲੇਬਲ ਹੋਵੇ। ਸੈਕਿੰਡ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਅਵੇਲੇਬਿਲਿਟੀ ਆਫ ਵਾਟਰ। ਪਾਣੀ ਦੀ ਜ਼ਰੂਰਤ ਸਾਨੂੰ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਰਕਰਸ ਵਾਸਤੇ ਵੀ ਚਾਹੀਦੀ ਹੈ, ਔਰ ਉਸ ਫੈਕਟਰੀ ਦੇ ਵਿੱਚ ਜੋ ਵੀ ਅਸੀਂ ਰॉ ਮਟੀਰੀਅਲ ਨੂੰ ਅਸੀਂ ਮੈਲਟ ਕਰਦੇ ਪਏ ਹਾਂ ਜਾਂ ਉਸ ਨੂੰ ਵਾਸ਼ ਕਰਦੇ ਪਏ ਹਾਂ, ਇਹਨਾਂ ਵਰਕ ਨੂੰ ਕਰਨ ਵਾਸਤੇ ਵੀ ਸਾਨੂੰ ਪਾਣੀ ਅਵੇਲੇਬਲ ਹੋਣਾ ਚਾਹੀਦਾ ਹੈ। ਸੋ ਇੰਡਸਟਰੀ ਲਗਾਉਣ ਤੋਂ ਪਹਿਲਾਂ ਇੱਕ ਚੀਜ਼ ਹੋਰ ਦੇਖੀ ਜਾਂਦੀ ਕਿ ਜਿਸ ਜਗ੍ਹਾ 'ਤੇ ਅਸੀਂ ਇੰਡਸਟਰੀ ਲਗਾਉਣ ਲੱਗੇ ਹਾਂ ਕਿ ਉੱਥੇ ਪਾਣੀ ਅਵੇਲੇਬਲ ਹੈਗਾ ਹੈ, ਗਰਾਊਂਡ ਵਾਟਰ ਜਾਂ ਕੋਈ ਰਿਵਰ ਜਾਂ ਕੋਈ ਕੈਨਲ ਉੱਥੇ ਅਵੇਲੇਬਲ ਹੋਣੀ ਚਾਹੀਦੀ ਹੈ। ਥਰਡ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਗੁੱਡ ਕਲਾਈਮੇਟ, ਕਿ ਉਸ ਜਗ੍ਹਾ ਦਾ ਕਲਾਈਮੇਟ ਸਾਫ ਸੁਥਰਾ ਹੋਣਾ ਚਾਹੀਦਾ ਹੈ, ਵਧੀਆ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਉੱਥੇ ਪੂਰਾ ਸਾਲ ਬਾਰਿਸ਼ ਹੁੰਦੀ ਰਹੇ ਜਾਂ ਪੂਰਾ ਸਾਲ ਬਾਰਿਸ਼ ਨਾ ਹੋਵੇ, ਪੂਰਾ ਸਾਲ ਉੱਥੇ ਬਹੁਤ ਜ਼ਿਆਦਾ ਗਰਮੀ ਪਵੇ ਜਾਂ ਬਹੁਤ ਜ਼ਿਆਦਾ ਠੰਡ ਹੋਵੇ। ਅਜਿਹੀਆਂ ਹਾਲਾਤਾਂ ਦੇ ਵਿੱਚ ਹਰਾਸ਼ ਇਨਵਾਇਰਮੈਂਟ ਦੇ ਵਿੱਚ ਵਰਕ ਕਰਨਾ ਈਜ਼ੀ ਨਹੀਂ ਹੁੰਦਾ। ਇਸ ਕਰਕੇ ਉੱਥੋਂ ਦਾ ਕਲਾਈਮੇਟ ਵੀ ਦੇਖ ਕੇ ਉਸ ਨੂੰ ਵੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਨੈਕਸਟ ਅਸੀਂ ਰੀਡ ਕਰਾਂਗੇ ਕਿ ਨੌਨ ਜਿਓਗ੍ਰਾਫੀਕਲ ਫੈਕਟਰਸ ਕਿਹੜੇ ਆ ਜੋ ਕਿ ਇੱਕ ਇੰਡਸਟਰੀ ਲੋਕੇਸ਼ਨ ਨੂੰ ਇਫੈਕਟ ਕਰਦੇ ਆ। ਇਸ ਸਾਈਡ 'ਤੇ ਫਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਅਵੇਲੇਬਿਲਿਟੀ ਆਫ ਇਲੈਕਟ੍ਰੀਸਿਟੀ, ਕਿ ਉਸ ਜਗ੍ਹਾ 'ਤੇ ਬਿਜਲੀ ਹੋਣੀ ਚਾਹੀਦੀ ਹੈ। ਕੋਈ ਵੀ ਇੰਡਸਟਰੀਜ਼ ਲਗਾਉਣੀ ਆ, ਉਸ ਦੇ ਵਿੱਚ ਮਸ਼ੀਨਸ ਨੂੰ ਔਨ ਕਰਨ ਵਾਸਤੇ, ਚਲਾਉਣ ਵਾਸਤੇ ਜਾਂ ਉਸ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਵਰਕਰਸ ਦੀ ਲੋੜ ਪੂਰੀ ਕਰਨ ਵਾਸਤੇ ਸਾਡੇ ਕੋਲ ਇਲੈਕਟ੍ਰੀਸਿਟੀ ਜ਼ਰੂਰੀ ਹੋਣੀ ਚਾਹੀਦੀ ਹੈ। ਨੈਕਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਚੀਪ ਐਂਡ ਸਕਿਲਡ ਲੇਬਰ। ਸਕਿਲਡ ਹੁੰਦਾ ਕਿ ਹੁਨਰਮੰਦ, ਜਿਹੜੀ ਲੇਬਰ ਨੂੰ ਕੰਮ ਕਰਨਾ ਆਉਂਦਾ ਹੈ। ਇੰਡਸਟਰੀ ਲਗਾਉਣ ਵੇਲੇ ਇੱਕ ਚੀਜ਼ ਹੋਰ ਦੇਖੀ ਜਾਂਦੀ ਕਿ ਮੈਂ ਜੋ ਵੀ ਇੰਡਸਟਰੀ ਲਗਾਉਣ ਲੱਗਾ ਹੈ, ਉਸ ਇੰਡਸਟਰੀ ਦੇ ਨਾਲ ਸੰਬੰਧਿਤ ਕੀ ਇਸ ਇਲਾਕੇ ਦੇ ਵਿੱਚੋਂ ਮੈਨੂੰ ਸਸਤੀ ਅਤੇ ਹੁਨਰਮੰਦ ਲੇਬਰ ਪ੍ਰਾਪਤ ਹੋ ਜਾਵੇਗੀ ਜਾਂ ਨਹੀਂ। ਕਿਉਂਕਿ ਇੰਡਸਟਰੀ ਵਿੱਚ ਕਈ ਤਰ੍ਹਾਂ ਦਾ ਆਪਾਂ ਕੰਮ ਕਰਨਾ ਹੈ। ਅਗਰ ਅਸੀਂ ਕੋਈ ਚੀਜ਼ ਨੂੰ ਮਿਕਸ ਕਰਨਾ ਹੈ, ਵੈਲਡਿੰਗ ਕਰਨੀ ਹੈ, ਰੋਡਸ ਨੂੰ ਆਪਸ ਵਿੱਚ ਅਟੈਚ ਕਰਨੇ ਹੈ, ਮਸ਼ੀਨਸ ਨੂੰ ਚਲਾਉਣੀਆਂ ਹੈ, ਜਾਂ ਢੋਆ ਦਾ ਕੰਮ ਕਰਨਾ ਹੈ, ਭਾਰ ਚੁੱਕਣਾ, ਐਕਸੈਕਟਰਾ ਕਈ ਤਰ੍ਹਾਂ ਦੇ ਇੰਡਸਟਰੀ ਵਿੱਚ ਕੰਮ ਕੀਤੇ ਜਾਂਦੇ ਆ। ਸੋ ਇਹ ਸਾਰੇ ਕੰਮ ਇੱਕ ਪਰਸਨ ਨਹੀਂ ਕਰ ਸਕਦਾ ਜਿੰਨਾ ਚਿਰ ਉਹਨੇ ਇਸ ਕੰਮ ਨੂੰ ਸਿੱਖਿਆ ਨਹੀਂ ਆ। ਸੋ ਇੰਡਸਟਰੀ ਲਗਾਉਣ ਵਾਲੇ ਦੇਖਿਆ ਜਾਂਦਾ ਕਿ ਕੀ ਇਸ ਕੰਮ ਵਾਸਤੇ ਮੈਨੂੰ ਇੱਥੋਂ ਲੇਬਰ ਅਵੇਲੇਬਲ ਹੋ ਜਾਏਗੀ। ਅਗਰ ਅਵੇਲੇਬਲ ਹੋ ਜਾਏਗੀ ਤਾਂ ਉਹਨਾਂ ਦੀ ਵੇਜ ਦਾ, ਦਿਹਾੜੀ ਦਾ ਰੇਟ ਕਿੰਨਾ ਹੈ, ਮੈਨੂੰ ਉਹਨਾਂ ਦੀ ਲੇਬਰ ਦੇ ਉੱਪਰ ਵੀ ਜ਼ਿਆਦਾ ਪੈਸਾ ਖਰਚ ਨਾ ਕਰਨਾ ਪਵੇ, ਕਿਉਂਕਿ ਜਿੰਨਾ ਹੀ ਇਹਦੇ ਉੱਪਰ ਅਸੀਂ ਸਪੈਂਡ ਕਰਾਂਗੇ ਉਨਾ ਹੀ ਸਾਡਾ ਪ੍ਰੋਫਿਟ ਘਟਦਾ ਜਾਏਗਾ। ਨੈਕਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਫੈਸਿਲਿਟੀਜ਼, ਕਿ ਜਿਸ ਇਲਾਕੇ ਦੇ ਵਿੱਚ ਅਸੀਂ ਇੰਡਸਟਰੀਜ਼ ਲਗਾਉਣ ਲੱਗੇ ਹਾਂ ਉੱਥੇ ਟਰਾਂਸਪੋਰਟ ਦੀ ਸਹੂਲਤ ਹੋਣੀ ਚਾਹੀਦੀ ਹੈ। ਆਵਾਜਾਈ, ਜੋ ਵੀ ਅਸੀਂ ਸਮਾਨ ਪ੍ਰੋਡਕਟ ਤਿਆਰ ਕੀਤੇ ਆ ਉਹਨਾਂ ਨੂੰ ਮਾਰਕੀਟ ਤੱਕ ਪਹੁੰਚਾਉਣ ਵਾਸਤੇ ਜਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਟਰਾਂਸਪੋਰਟ ਹੋਣੀ ਚਾਹੀਦੀ ਆ। ਰੋਡਸ ਐਕਸੈਕਟਰਾ ਹੋਣੇ ਚਾਹੀਦੇ ਆ, ਜਾਂ ਉੱਥੇ ਏਅਰਪੋਰਟ ਦੀ ਜਾਂ ਰੋਡ ਦੀ ਜਾਂ ਰੇਲਵੇ ਦੀ ਕੋਈ ਨਾ ਕੋਈ ਟਰਾਂਸਪੋਰਟ ਦੀ ਸਹੂਲਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਮਿਊਨੀਕੇਸ਼ਨ ਮੀਨਸ ਜੋ ਵੀ ਸਾਡੇ ਕੋਲ ਮੋਬਾਈਲ ਫੋਨ, ਟੈਲੀਫੋਨ ਐਕਸੈਕਟਰਾ ਦੀ ਫੈਸਿਲਿਟੀਜ਼ ਹੋਣੀ ਚਾਹੀਦੀ ਆ। ਔਰ ਇੰਡਸਟਰੀ ਤੱਕ ਰॉ ਮਟੀਰੀਅਲ ਲਿਆਉਣ ਵਾਸਤੇ ਟਰਾਂਸਪੋਰਟ ਸਾਨੂੰ ਚਾਹੀਦੀ ਹੈ। ਇਸ ਕਰਕੇ ਟਰਾਂਸਪੋਰਟ ਦੀ ਸਹੂਲਤ ਉੱਥੇ ਜ਼ਰੂਰ ਹੋਣੀ ਚਾਹੀਦੀ ਹੈ। ਨੈਕਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਮਾਰਕੀਟ, ਕਿ ਜਿਸ ਜਗ੍ਹਾ 'ਤੇ ਅਸੀਂ ਇੰਡਸਟਰੀਜ਼ ਬਣਾਉਣ ਲੱਗੇ ਹਾਂ ਉਹਦੇ ਕੋਲ ਮਾਰਕੀਟ ਹੋਣੀ ਚਾਹੀਦੀ ਹੈ, ਕਿ ਜੋ ਵੀ ਅਸੀਂ ਇੰਡਸਟਰੀ ਦੇ ਵਿੱਚ ਪ੍ਰੋਡਕਟ ਆਪਣੇ ਤਿਆਰ ਕੀਤੇ ਆ ਸਾਰੇ ਅਸੀਂ ਐਕਸਪੋਰਟ ਨਹੀਂ ਕਰ ਸਕਦੇ। ਸਾਡੇ ਕੋਲ ਮਾਰਕੀਟ ਹੋਣੀ ਚਾਹੀਦੀ ਆ ਜਿੱਥੇ ਇਹਨਾਂ ਪ੍ਰੋਡਕਟ ਨੂੰ ਅਸੀਂ ਵੇਚ ਕੇ ਆਪਣਾ ਪ੍ਰੋਫਿਟ ਕਮਾ ਸਕੀਏ। ਅਗਰ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਇਹ ਸਾਰੀਆਂ ਅਸੀਂ ਫੈਸਿਲਿਟੀਜ਼ ਅਵੇਲੇਬਿਲਿਟੀਜ਼ ਦੇਖਦੇ ਹਾਂ, ਫਿਰ ਹੀ ਸਾਡੀ ਇੰਡਸਟਰੀ ਸਕਸੈਸਫੁਲ ਹੋ ਸਕਦੀ ਹੈ। ਅਦਰਵਾਈਜ਼ ਜੇਕਰ ਸਾਡੇ ਕੋਲ ਇਹ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ, ਸਾਡੀ ਇੰਡਸਟਰੀ ਦੇ ਉੱਪਰ ਟਰਾਂਸਪੋਰਟ ਦਾ, ਲੇਬਰ ਦਾ ਜਾਂ ਇਹਨਾਂ ਨੀਡਸ ਨੂੰ ਪੂਰਾ ਕਰਨ ਵਾਸਤੇ ਕੋਈ ਹੋਰ ਮੀਨਸ ਅਸੀਂ ਅਪਣਾਉਂਦੇ ਹਾਂ ਤਾਂ ਖਰਚ ਸਾਡਾ ਕੋਸਟ ਵੱਧ ਜਾਏਗੀ, ਜਿਸ ਕਰਕੇ ਸਾਡੀ ਇੰਡਸਟਰੀ ਵਿੱਚ ਸਾਨੂੰ ਪ੍ਰੋਫਿਟ ਘੱਟ ਹੋਏਗਾ। ਜੇਕਰ ਹੁਣ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਪਏ ਹਾਂ ਅਤੇ ਪੰਜਾਬ ਦੇ ਵਿੱਚ ਅਸੀਂ ਸ਼ਿਪ ਬਣਾਉਣ ਦੀ ਇੰਡਸਟਰੀ ਲਗਾ ਕੇ ਬੈਠ ਜਾਈਏ, ਉਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਹੋਏਗਾ, ਕਿਉਂਕਿ ਸ਼ਿਪ ਦੀ ਇੱਥੇ ਮਾਰਕੀਟ ਨਹੀਂ ਹੈ। ਸ਼ਿਪ ਦੀ ਜ਼ਰੂਰਤ ਆ ਸੀ ਏਰੀਆ ਦੇ ਵਿੱਚ, ਕੋਸਟਲੀ ਏਰੀਆ ਦੇ ਕੋਲ। ਸੋ ਇਸ ਕਰਕੇ ਹਰੇਕ ਜਗ੍ਹਾ ਦੇ ਉੱਪਰ ਜੋ ਵੀ ਅਸੀਂ ਇੰਡਸਟਰੀ ਬਣਾਉਣੀ ਆ ਉੱਥੋਂ ਦੀਆਂ ਨੀਡਸ ਵੇਖੀਆਂ ਜਾਂਦੀਆਂ, ਕਲਚਰ ਵੇਖਿਆ ਜਾਂਦਾ ਹੈ, ਉੱਥੇ ਦੀ ਲੋਕੇਸ਼ਨ ਵੇਖੀ ਜਾਂਦੀ ਹੈ, ਲੋਕਾਂ ਦੀ ਡਿਮਾਂਡ ਦੇਖੀ ਜਾਂਦੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫਿਰ ਇੱਕ ਇੰਡਸਟਰੀ ਜਿਹੜੀ ਐਸਟੈਬਲਿਸ਼ ਕੀਤੀ ਜਾਂਦੀ ਹੈ। ਸੈਕਿੰਡ ਲਾਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਕੈਪੀਟਲ ਇਨਵੈਸਟਮੈਂਟ, ਕਿ ਜਿਸ ਜਗ੍ਹਾ 'ਤੇ ਅਸੀਂ ਇੰਡਸਟਰੀ ਬਣਾਉਣੀ ਆ ਕਿ ਉਸ ਜਗ੍ਹਾ ਦੇ, ਉਸ ਇੰਡਸਟਰੀ ਦੇ ਵਿੱਚ ਕੁਝ ਅਜਿਹੇ
ਐਂਟਰਪ੍ਰੈਨਰਸ ਉਦਮੀ ਲੋਕ ਹੈਗੇ ਆ, ਕੁਝ ਉਦਯੋਗਪਤੀ ਹੈਗੇ ਆ ਜੋ ਇੰਡਸਟਰੀ ਵਿੱਚ ਸ਼ੇਅਰ ਕਰ ਸਕਦੇ ਆ, ਹਿੱਸਾ ਪਾ ਕੇ ਇੰਡਸਟਰੀ ਨੂੰ ਪ੍ਰੋਗਰੈਸ ਕਰਨ ਵਾਸਤੇ ਹੈਲਪ ਕਰ ਸਕਦੇ ਆ। ਕਿਉਂਕਿ ਕਈ ਵਾਰ ਕੋਈ ਇੱਕ ਬੰਦਾ ਇੰਡਸਟਰੀ ਇਸਟੈਬਲਿਸ਼ ਨਹੀਂ ਕਰ ਸਕਦਾ ਜਾਂ ਉਸ ਨੂੰ ਚਲਾਉਣ ਵਾਸਤੇ ਜ਼ਿਆਦਾ ਉਹਦੇ ਕੋਲ ਪੈਸੇ ਨਹੀਂ ਹੁੰਦੇ। ਗੌਰਮੈਂਟ ਵੀ ਚਾਹੁੰਦੀ ਹੈ ਕਿ ਜੋ ਵੀ ਮੈਂ ਇੰਡਸਟਰੀ ਬਣਾ ਰਹੀ ਹਾਂ ਇਹਦੇ ਵਿੱਚ ਕੋਈ ਨਾ ਕੋਈ ਪ੍ਰਾਈਵੇਟ ਤੌਰ 'ਤੇ ਬੰਦਾ ਸ਼ੇਅਰ ਕਰ ਲੇ, ਬੇਸ਼ੱਕ ਬਾਅਦ ਵਿੱਚ ਉਹਨੇ ਮੇਰਾ ਪ੍ਰੋਫਿਟ ਵੀ ਮੇਰੇ ਨਾਲ ਸ਼ੇਅਰ ਕਰਨਾ ਹੈ। ਹੁਣ ਉਹ ਜਿਹੜਾ ਇਨਵੈਸਟਮੈਂਟ ਵਿੱਚ ਵੀ ਕੋਈ ਨਾ ਕੋਈ ਸ਼ੇਅਰ ਕਰੇ ਕਿ ਅੱਧਾ ਪੈਸਾ ਮੈਂ ਲਗਾ ਲਾਂ ਕਿ ਅੱਧਾ ਪੈਸਾ ਕੋਈ ਹੋਰ ਲਗਾ ਲੇ। ਇਸ ਤਰ੍ਹਾਂ ਕੈਪੀਟਲ ਇਨਵੈਸਟਮੈਂਟ ਵੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਤਰ੍ਹਾਂ ਇਨਵੈਸਟਮੈਂਟ ਹੋਏਗੀ ਤਾਂ ਉਹ ਇੰਡਸਟਰੀ ਜ਼ਿਆਦਾ ਪ੍ਰੋਗਰੈਸ ਕਰੇਗੀ। ਲਾਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਸੂਟੇਬਲ ਗੌਰਮੈਂਟ ਪੋਲਿਸੀਜ਼, ਕਿ ਜਿਸ ਜਗ੍ਹਾ 'ਤੇ ਇੰਡਸਟਰੀਜ਼ ਲਗਾਉਣੀਆਂ ਉਸ ਜਗ੍ਹਾ ਦੇ ਉੱਪਰ ਇੰਡਸਟਰੀ ਲਗਾਉਣ ਵਾਸਤੇ ਜੋ ਗੌਰਮੈਂਟ ਵੱਲੋਂ ਰੂਲ ਰੈਗੂਲੇਸ਼ਨ ਬਣਾਏ ਹੁੰਦੇ ਆ ਉਹਨਾਂ ਦੀ ਸੂਟੇਬਿਲਿਟੀ ਹੋਣੀ ਚਾਹੀਦੀ ਆ, ਈਜ਼ੀਲੀ ਅਵੇਲੇਬਲ ਹੋਣੇ ਚਾਹੀਦੇ ਆ। ਕਈ ਵਾਰੀ ਗੌਰਮੈਂਟ ਵੱਲੋਂ ਬਹੁਤ ਜ਼ਿਆਦਾ ਸਟ੍ਰਿਕਟ ਰੂਲ ਬਣਾਏ ਜਾਂਦੇ ਆ ਜਿਨ੍ਹਾਂ ਕੰਡੀਸ਼ਨਸ ਨੂੰ ਪੂਰਾ ਕਰਨਾ ਇੱਕ ਇੰਡਸਟਰੀ ਵਾਸਤੇ ਪੋਸੀਬਲ ਨਹੀਂ ਹੁੰਦਾ, ਕਿਉਂਕਿ ਅਗਰ ਸਾਰੀਆਂ ਕੰਡੀਸ਼ਨਸ ਇੰਡਸਟਰੀਜ਼ ਵੱਲੋਂ ਪੂਰੀਆਂ ਕੀਤੀਆਂ ਜਾਣ ਤਾਂ ਉਸ ਇੰਡਸਟਰੀ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ। ਇਸ ਕਰਕੇ ਇੰਡਸਟਰੀ ਲਗਾਉਣ ਤੋਂ ਪਹਿਲਾਂ ਗੌਰਮੈਂਟ ਦੇ ਨੋਰਮਸ, ਗੌਰਮੈਂਟ ਦੀਆਂ ਪਾਲਿਸੀਜ਼ ਜਿਹੜੀਆਂ ਦੇਖਣੀਆਂ ਪੈਂਦੀਆਂ ਨੇ।